ਵਾਹਿਗੁਰੂ ਸਾਹਿਬ ਜੀ, ਹਮ ਭੀਖਕ ਭੇਖਾਰੀ ਤੇਰੇ। ਤੂ ਨਿਜ ਪਤ ਹੈ ਦਾਤਾ, ਹੋ ਦਇਆਲ ਨਾਮ ਦੇਹੁ ਮੰਗਤ ਜਨ ਕੋ। ਸਦਾ ਰਹੋ ਰੰਗ ਰਾਤਾ। ਗੁਰੂ ਪਿਆਰੀ ਗੁਰੂ ਸਵਾਰੀ ਸੰਗਤ ਜੀ, ਅੱਜ ਅਸੀਂ ਆਪ ਜੀ ਦੇ ਨਾਲ ਜੋ ਵਿਚਾਰ ਸਾਂਝੀ ਕਰਨ ਜਾ ਰਹੇ ਹਾਂ, ਉਹ ਕਥਾ ਉਪਦੇਸ਼ ਸਾਗਰ ਗ੍ਰੰਥ ਦੇ ਵਿੱਚੋਂ ਉਸ ਵਿਚਾਰ ਦਾ ਨਾਮ ਹੈ ਕਰੁਣਾ। ਆਓ ਜਾਣਨ ਦਾ ਯਤਨ ਕਰੀਏ, ਕਰੁਣਾ ਕੀ ਹੈ, ਕਰੁਣਾ ਕਿਸ ਨੂੰ ਕਹਿੰਦੇ ਹਨ। ਸਭ ਤੋਂ ਪਹਿਲਾਂ ਸਤਿਗੁਰਾਂ ਵੱਲੋਂ ਬਖਸ਼ੀ ਹੋਈ ਫਤਿਹ ਸਾਂਝੀ ਕਰ ਲਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਨਾਥਾਂ, ਗਰੀਬਾਂ, ਲੋੜਵੰਦਾਂ ਉੱਪਰ ਦਇਆ ਕਰਨੀ ਅਤੇ ਉਹਨਾਂ ਦੇ ਥੁੜੇ ਹੋਏ ਕੰਮ ਨੂੰ ਸਵਾਰ ਦੇਣਾ, ਇਸ ਦਾ ਨਾਮ ਕਰੁਣਾ ਹੈ। ਇਸੇ ਵਾਸਤੇ ਸਤਿਗੁਰਾਂ ਨੇ ਧਰਮ ਪ੍ਰਾਪਤੀ ਦਾ ਮੁੱਖ ਕਾਰਨ ਇਹੋ ਦੱਸਿਆ ਹੈ। ਸਤਿਗੁਰੂ ਆਸਾ ਜੀ ਦੀ ਵਾਰ ਵਿੱਚ ਫਰਮਾਉਂਦੇ ਹਨ, ਦਇਆ ਜਾਣੈ ਜੀ ਕੀ ਕਿਛ ਪੁੰਨ ਦਾਨ ਕਰੇ। ਸੋ ਜੀਵਾਂ ਪਰ ਦਇਆ ਕਰਨੀ ਹੀ ਮੁੱਖ ਧਰਮ ਹੈ। ਜਿੱਥੇ ਦਇਆ ਕਿਰਪਾ ਹੈ, ਉੱਥੇ ਹੀ ਧਰਮ ਦਾ ਨਿਵਾਸ ਹੁੰਦਾ ਹੈ। ਜਪਜੀ ਸਾਹਿਬ ਵਿੱਚ ਸਤਿਗੁਰੂ ਫਰਮਾਉਂਦੇ ਹਨ, ਧੌਲ ਧਰਮ ਦਇਆ ਕਾ ਪੂਤ। ਧਰਮ ਦਇਆ ਦਾ ਪੁੱਤਰ ਹੈ। ਦੇਖੋ, ਜਿਨ੍ਹਾਂ ਪੁਰਸ਼ਾਂ ਨੇ ਵੱਡੇ ਹੋ ਕੇ ਆਪ ਤੋਂ ਛੋਟਿਆਂ ਤੇ ਦਇਆ ਕੀਤੀ ਹੈ, ਉਹਨਾਂ ਦਾ ਨਾਮ ਦੁਨੀਆ ਤੇ ਅਟਲ ਹੈ। ਸਾਡੇ ਸਤਿਗੁਰਾਂ ਨੇ ਤਾਂ ਬੇਅੰਤ ਹੀ ਪ੍ਰਾਣੀਆਂ ਤੇ ਦਇਆ ਕੀਤੀ ਹੈ। ਵੰਨਗੀ ਮਾਤਰ ਦੇਖੋ ਕਿ ਜਿਸ ਵਕਤ ਗੁਰੂ ਨਾਨਕ ਦੇਵ ਜੀ ਰਾਵੀ ਨਦੀ ਕਿਨਾਰੇ ਸ੍ਰੀ ਕਰਤਾਰਪੁਰ ਜਾ ਡੇਰਾ ਲਾਉਂਦੇ ਹਨ, ਤਾਂ ਗੁਰੂ ਜੀ ਦੀ ਕਿਰਪਾ ਬੇਅੰਤ ਜੀਵਾਂ ਪਰ ਹੋਣ ਲੱਗੀ। ਪਰ ਜਦੋਂ ਇਸ ਇਲਾਕੇ ਦੇ ਅਫਸਰ ਕਰੋੜੀ ਨੇ ਸੁਣਿਆ ਕਿ ਮੇਰੇ ਇਲਾਕੇ ਵਿੱਚ ਇੱਕ ਫਕੀਰ ਆਣ ਬੈਠਾ ਹੈ ਤੇ ਉਸ ਦੀ ਬੜੀ ਮਾਨਤਾ ਹੋ ਰਹੀ ਹੈ, ਤਾਂ ਕਹਿਣ ਲੱਗਾ ਕਿ ਮੈਂ ਹੁਣੇ ਜਾ ਕੇ ਆਪਣੇ ਇਲਾਕੇ ਵਿੱਚੋਂ ਉਹਨਾਂ ਨੂੰ ਕੱਢਦਾ ਹਾਂ। ਤਾਂ ਬੜੇ ਹੰਕਾਰ ਸਹਿਤ ਘੋੜੇ ਤੇ ਚੜ੍ਹ ਕੇ ਕਰਤਾਰਪੁਰ ਦੀ ਤਰਫ ਚੱਲਿਆ। ਜਦ ਨੇੜੇ ਆਉਂਦਾ ਹੈ ਤਾਂ ਅੱਖਾਂ ਤੋਂ ਦਿਸਣੋਂ ਹਟ ਜਾਂਦਾ ਹੈ ਤੇ ਫੇਰ ਘੋੜੇ ਤੋਂ ਡਿੱਗ ਪੈਂਦਾ ਹੈ ਤੇ ਲੱਤ ਟੁੱਟ ਜਾਂਦੀ ਹੈ। ਨਾਲ ਦੇ ਸੇਵਾਦਾਰ ਕਹਿੰਦੇ ਹਨ ਕਿ ਮਹਾਰਾਜ, ਇਹ ਤਾਂ ਫਕੀਰ ਕਰਾਮਾਤੀ ਹੈ, ਤੁਸੀਂ ਸ਼ੁੱਧ ਹਿਰਦੇ ਨਾਲ ਉਹਨਾਂ ਪਾਸ ਚੱਲੋ। ਜਦ ਸ਼ੁੱਧ ਹਿਰਦਾ ਕਰਕੇ ਮਨ ਨੀਵਾਂ ਕਰਕੇ ਤੁਰਿਆ ਤਾਂ ਅੱਖਾਂ ਵੀ ਉਗੜ ਜਾਂਦੀਆਂ ਹਨ ਤੇ ਲੱਤ ਵੀ ਟੁਰ ਪੈਂਦੀ ਹੈ। ਫੇਰ ਤਾਂ ਬਾਬੇ ਜੀ ਦੇ ਚਰਨਾਂ ਵਿੱਚ ਜਾ ਪਹੁੰਚਿਆ ਤੇ ਨਮਸਕਾਰ ਕਰਕੇ ਸਾਹਮਣੇ ਬੈਠ ਗਿਆ ਤੇ ਆਜਿਜ਼ ਹੋ ਕੇ ਬੇਨਤੀ ਕੀਤੀ ਕਿ ਹੇ ਸੱਚੇ ਪਾਤਸ਼ਾਹ, ਮੈਨੂੰ ਬਖਸ਼ੋ। ਇਸ ਗੁਰਵਾਕ ਅਨੁਸਾਰ ਬੇਨਤੀ ਕਰਦਾ ਹੈ, ਹਮ ਭੀਖਕ ਭੇਖਾਰੀ ਤੇਰੇ। ਤੂ ਨਿਜ ਪਤ ਹੈ ਦਾਤਾ, ਹੋ ਦਇਆਲ ਨਾਮ ਦੇਹੁ ਮੰਗਤ ਜਨ ਕੋ। ਸਦਾ ਰਹੋ ਰੰਗ ਰਾਤਾ। ਮਹਾਰਾਜ ਜੀ ਨੇ ਬੇਨਤੀ ਸੁਣ ਕੇ ਕਿਰਪਾ ਦੀ ਨਜ਼ਰ ਨਾਲ ਵੇਖਿਆ। ਫੇਰ ਕੀ ਸੀ, ਨਾਨਕ ਨਦਰੀ ਨਦਰ ਨਿਹਾਲ, ਤਾਂ ਨਿਹਾਲ ਹੋ ਗਿਆ। ਕਪਾਟ ਖੁੱਲ ਗਏ, ਹੰਕਾਰ ਅੱਗੇ ਹੀ ਨੱਠ ਚੁੱਕਾ ਸੀ। ਭਾਈ ਕਰੋੜੀਆ ਤਰ ਗਿਆ ਤੇ ਗੁਰੂ ਬਾਬੇ ਦੇ ਚਰਨਾਂ ਦਾ ਸੇਵਕ ਹੋ ਕੇ ਉੱਥੇ ਬਾਬਾ ਜੀ ਦੀ ਧਰਮਸਾਲ ਬਣਵਾਈ।
ਤਾਂ ਹੀ ਇੱਕ ਕਵੀ ਜੀ ਨੇ ਵਾਹਵਾ ਕਿਹਾ ਹੈ, ਬੁਰੇ ਨਾਲ ਸਭ ਬੁਰਾ ਕਮਾਉਂਦੇ, ਮਾਫ ਕਰਨ ਕਈ ਸਿਆਣੇ, ਬੁਰਿਆਂ ਨਾਲ ਭਲਾਈ ਕਰਨੀ, ਇਹ ਗੁਰੂ ਨਾਨਕ ਜਾਣੇ। ਇਸ ਪ੍ਰਕਾਰ ਕਿਰਪਾ ਕਰਕੇ ਗੁਰੂ ਨਾਨਕ ਦੇਵ ਜੀ ਨੇ ਭਾਈ ਕਰੋੜੀਏ ਨੂੰ ਤਾਰਿਆ। ਗੁਰੂ ਅੰਗਦ ਦੇਵ ਜੀ ਨੇ ਹਮਾਊਂ ਬਾਦਸ਼ਾਹ ਤੇ ਕਿਰਪਾ ਕੀਤੀ। ਜਦ ਉਹ ਸ਼ੇਰ ਸ਼ਾਹ ਪਾਸੋਂ ਦਿੱਲੀੋਂ ਹਾਰ ਖਾ ਕੇ ਖਡੂਰ ਸਾਹਿਬ ਆਇਆ ਤਾਂ ਮਹਾਰਾਜ ਜੀ ਆਪਣੇ ਆਨੰਦ ਵਿੱਚ ਮਗਨ ਬੈਠੇ ਸਨ। ਤਾਂ ਹਮਾਊਂ ਨੂੰ ਗੁੱਸਾ ਆਇਆ ਕਿ ਮੈਂ ਬਾਦਸ਼ਾਹ ਹਾਂ ਤੇ ਗੁਰੂ ਜੀ ਨੇ ਮੇਰਾ ਆਦਰ ਮਾਣ ਨਹੀਂ ਕੀਤਾ, ਇਸ ਲਈ ਇਹਨਾਂ ਦਾ ਸਿਰ ਲਾਹ ਦਿਆਂ ਤਾਂ ਠੀਕ ਹੈ। ਗੁਰੂ ਜੀ ਦਾ ਸਿਰ ਲਾਹੁਣ ਲਈ ਤਲਵਾਰ ਨੂੰ ਹੱਥ ਪਾਇਆ ਤਾਂ ਹੱਥ ਤਲਵਾਰ ਦੀ ਮੁੱਠ ਨਾਲ ਹੀ ਜਕੜਿਆ ਗਿਆ। ਫਿਰ ਦੂਜਾ ਹੱਥ ਪਾਇਆ ਤਾਂ ਉਹ ਵੀ ਨਾਲ ਹੀ ਜੁੜ ਗਿਆ। ਤਾਂ ਹੈਰਾਨ ਪਰੇਸ਼ਾਨ ਹੋ ਗਿਆ ਤੇ ਮਹਾਰਾਜ ਦੇ ਚਰਨਾਂ ਤੇ ਡਿੱਗ ਪਿਆ ਕਿ ਮਹਾਰਾਜ ਮੇਰੀ ਭੁੱਲ ਬਖਸ਼ੋ। ਗੁਰੂ ਜੀ ਨੇ ਕਿਹਾ ਕਿ ਭਾਈ, ਤੇਰੀ ਤਲਵਾਰ ਦਿੱਲੀ ਵਿੱਚ ਕਿੱਧਰ ਗਈ ਸੀ, ਹੁਣ ਫਕੀਰਾਂ ਤੇ ਵਾਰ ਕਰਦਾ ਹੈ। ਹਮਾਊਂ ਨੇ ਮਾਫੀ ਮੰਗ ਕੇ ਬੇਨਤੀ ਕੀਤੀ ਕਿ ਹੇ ਸੱਚੇ ਪਾਤਸ਼ਾਹ ਜੀ, ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਡੇ ਬਜ਼ੁਰਗ ਨੂੰ 7 ਪਾਤਸ਼ਾਹੀਆਂ ਬਖਸ਼ੀਆਂ ਸਨ ਤੇ ਹੁਣ ਮੇਰੇ ਕੋਲੋਂ ਦੂਜੀ ਜਗ੍ਹਾ ਹੀ ਪਾਤਸ਼ਾਹੀ ਖੁੱਸ ਗਈ ਹੈ। ਇਹ ਕੀ ਗੱਲ ਹੈ? ਗੁਰੂ ਜੀ ਕਹਿਣ ਲੱਗੇ, ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਰ ਅਟਲ ਹੈ। ਜਿਵੇਂ ਸਾਰੰਗ ਮਹੱਲਾ 5ਵਾਂ ਵਿੱਚ ਸਤਿਗੁਰੂ ਫਰਮਾਉਂਦੇ ਹਨ, ਅੰਡ ਬਿਨਾਸੀ ਜੇਰ ਬਿਨਾਸੀ, ਉਤ ਪੁਜ ਸੇਤ ਬਿਨਾਦਾ, ਚਾਰ ਬਿਨਾਸੀ ਖਟ ਹੈ ਬਿਨਾਸੀ, ਇੱਕ ਸਾਧ ਬਚਨ ਨਿਜ ਲਾਦਾ। ਜੇ ਤੂੰ ਸ਼ੁੱਧ ਹਿਰਦੇ ਨਾਲ ਹੁਣ ਆਉਂਦਾ ਤਾਂ ਹੁਣੇ ਹੀ ਰਾਜ ਭਾਗ ਤੈਨੂੰ ਮਿਲ ਜਾਂਦਾ। ਹੁਣ ਤੂੰ ਆਪਣੇ ਦੇਸ਼ ਵੱਲ ਚਲਾ ਜਾ ਤੇ ਫਿਰ 2 ਬਰਸਾਂ ਨੂੰ ਆਣ ਕੇ ਆਪਣਾ ਰਾਜ ਸੰਭਾਲ ਲਵੀ। ਹਮਾਊਂ ਖੁਸ਼ ਹੋ ਕੇ ਆਪਣੇ ਘਰ ਨੂੰ ਗਿਆ। ਇਸ ਪ੍ਰਕਾਰ ਗੁਰੂ ਅੰਗਦ ਦੇਵ ਜੀ ਨੇ ਉਸ ਪਰ ਕਿਰਪਾ ਕੀਤੀ। ਦੇਖੋ, ਇੱਕ ਵੱਡੇ ਰੋਗ ਨਾਲ ਪੀੜਤ ਹੋਇਆ ਪੁਰਸ਼ ਬੜੇ ਦੁੱਖ ਵਿੱਚ ਹੈ ਤੇ ਹੱਥਾਂ ਦੀਆਂ ਉਂਗਲੀਆਂ ਇਸ ਵੱਡੇ ਦੁੱਖ ਕੋੜ ਨਾਲ ਝੜ ਚੁੱਕੀਆਂ ਹਨ। ਪੈਰਾਂ ਨਾਲ ਤੁਰ ਨਹੀਂ ਸਕਦਾ। ਕਿਸੇ ਪੁਰਸ਼ ਨੇ ਇਸ ਦੀ ਦਸ਼ਾ ਤੇ ਤਰਸ ਖਾ ਕੇ ਗਲ ਵਿੱਚ ਟਿੰਡ ਬੰਨ੍ਹ ਦਿੱਤੀ ਤੇ ਇਹ ਰਿੜ ਕੇ ਕਦੀ ਕਿਸੇ ਦਰਵਾਜ਼ੇ ਅੱਗੇ ਪਹੁੰਚਦਾ ਹੈ। ਜਿਸ ਨੂੰ ਦਇਆ ਆਉਂਦੀ ਹੈ, ਇਸ ਦੀ ਟਿੰਡ ਵਿੱਚ ਕੁਝ ਛਕਣ ਲਈ ਪਾ ਦਿੰਦਾ ਹੈ ਤੇ ਇਹ ਟੁੰਡ ਨਾਲ ਚੁੱਕ ਕੇ ਛਕ ਲੈਂਦਾ ਹੈ। ਕਿਤਨਾ ਸਮਾਂ ਇਸ ਦੁਖੀ ਪੁਰਸ਼ ਦਾ ਇਸੇ ਤਰ੍ਹਾਂ ਲੰਘ ਜਾਂਦਾ ਹੈ। ਅੱਜ ਇਹ ਆਪਣੀ ਕੁੱਲੀ ਵਿੱਚ ਬੈਠਾ ਹੈ ਤੇ ਕੀ ਦੇਖਦਾ ਹੈ ਕਿ ਬਹੁਤ ਸਾਰੀ ਸੰਗਤ ਰਸਤੇ ਆ ਰਹੀ ਹੈ ਤੇ ਬੇਨਤੀ ਦਾ ਸ਼ਬਦ, ਮਨ ਬੈਰਾਗ ਭਇਆ ਦਰਸ਼ਨ ਦੇਖਣੈ ਕਾ ਚਾਉ, ਧੰਨ ਤੇਰਾ ਥਾਨ। ਬਲਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਸੰਗਤ ਪੜਦੀ ਆ ਰਹੀ ਹੈ, ਜੇ ਸੋ ਚੰਦਾ ਉਗਵਹਿ ਸੂਰਜ ਚੜ੍ਹੈ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਫਿਰ ਸੰਗਤ ਪੜਦੀ ਹੈ, ਹਰ ਜੀਉ ਨਿਮਾਣਿਆ ਤੂੰ ਮਾਣ, ਨਚੀਜਿਆ ਚੀਜ਼ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕਉ ਕੁਰਬਾਨ। ਊਚ ਅਪਾਰ ਬੇਅੰਤ ਸੁਆਮੀ, ਕੌਣ ਜਾਣੈ ਗੁਣ ਤੇਰੇ। ਪੜਦੀ ਜਾ ਰਹੀ ਹੈ। ਥੋੜਾ ਅੱਗੇ ਹੋ ਕੇ ਇਹ ਪੁਰਸ਼ ਭਾਈ ਪ੍ਰੇਮਾ ਪੁੱਛਦਾ ਹੈ, ਭਾਈ ਤੁਸੀਂ ਕੌਣ ਹੋ ਤੇ ਕਿੱਧਰ ਜਾ ਰਹੇ ਹੋ? ਇੱਕ ਸਿੱਖ ਕਹਿੰਦਾ ਹੈ ਕਿ ਅਸੀਂ ਗੁਰੂ ਨਾਨਕ ਦੇਵ ਜੀ ਦੇ ਸਿੱਖ ਹਾਂ ਤੇ ਉਹਨਾਂ ਦੇ ਸਰੂਪ ਸ੍ਰੀ ਗੁਰੂ ਅਮਰਦਾਸ ਜੀ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਨਿਆਸਰਿਆਂ ਦੇ ਆਸਰਾ ਜੀ ਦੇ ਦਰਸ਼ਨ ਕਰਨ ਲਈ ਸ੍ਰੀ ਗੋਇੰਦਵਾਲ ਸਾਹਿਬ ਜਾ ਰਹੇ ਹਾਂ। ਸੰਗਤ ਲੰਘ ਜਾਂਦੀ ਹੈ।
ਪਰੰਤੂ ਇਸ ਪ੍ਰੇਮੀ ਦੇ ਦਿਲ ਵਿੱਚ ਗੁਰੂ ਅਮਰਦਾਸ ਜੀ ਦਾ ਨਾਮ ਵਸ ਗਿਆ ਹੈ ਤੇ ਸੁਣ ਲਿਆ ਹੈ ਕਿ ਉਹ ਗਰੀਬ ਨਿਵਾਜ ਨਿਮਾਣਿਆਂ ਦੇ ਮਾਣ ਹਨ, ਤਾਂ ਦਿਲ ਵਿੱਚ ਕੁਝ ਖੁਸ਼ੀ ਪ੍ਰਤੀਤ ਹੋਣ ਲੱਗੀ ਤੇ ਖੁਸ਼ੀ ਵਿੱਚ ਇਹ ਤੁਕ ਬਾਰੰਬਾਰ ਗਾਉਣ ਲੱਗ ਜਾਂਦਾ ਹੈ। ਗਿਆ ਕਛੋਟਾ ਲੱਦਾ ਮੇਰਾ, ਗਿਆ ਕਛੋਟਾ ਲੱਦਾ ਫੇਰ, ਗਿਆ ਕਛੋਟਾ ਲੱਦਾ ਫੇਰ, ਗਿਆ ਕਛੋਟਾ ਲੱਦਾ ਫੇਰ। ਫਿਰ ਦਲੀਲ ਕਰਕੇ ਸ੍ਰੀ ਗੋਇੰਦਵਾਲ ਜੀ ਨੂੰ ਤੁਰ ਪੈਂਦਾ ਹੈ ਕਿ ਚੱਲ ਕੇ ਗੁਰੂ ਜੀ ਦੇ ਦਰਸ਼ਨ ਕਰਾਂ। ਥੋੜਾ ਥੋੜਾ ਪੈਂਡਾ ਰਿੜ ਰਿੜ ਕੇ ਰੋਜ਼ ਮੁਕਾਉਂਦਾ ਹੈ। ਚਿੱਤ ਵਿੱਚ ਗੁਰੂ ਜੀ ਦੇ ਦਰਸ਼ਨ ਦੀ ਬੜੀ ਤਾਂਘ ਹੈ ਤੇ ਕਹਿੰਦਾ ਹੈ, ਦਰਸ਼ਨ ਪਿਆਸੀ ਦਿਨਸ ਰਾਤ, ਦਰਸ਼ਨ ਪਿਆਸੀ ਦਿਨਸ ਰਾਤ, ਚਿਤਵੋ ਅਨ ਦਿਨ ਨੀਤ, ਚਿਤਵੋ ਅਨ ਦਿਨ ਨੀਤ। ਦਰਸ਼ਨ ਪਿਆਸੀ ਦਿਨਸ ਰਾਤ, ਦਰਸ਼ਨ ਪਿਆਸੀ ਦਿਨਸ ਰਾਤ, ਚਿਤਵੋ ਅਨ ਦਿਨ ਨੀਤ, ਚਿਤਵੋ ਅਨ ਦਿਨ ਨੀਤ। ਇਸੇ ਤਰ੍ਹਾਂ ਕੁਛ ਚਿਰ ਮਗਰੋਂ ਗੋਇੰਦਵਾਲ ਸਾਹਿਬ ਜੀ ਪਹੁੰਚ ਕੇ ਤੇ ਗੁਰੂ ਜੀ ਦੇ ਦਰਵਾਜ਼ੇ ਵਿੱਚ ਪਹੁੰਚਾ। ਵਾਵਾ ਰੰਗ ਮਾਲਕ ਦੇ ਦਰਵਾਜ਼ੇ ਵਿੱਚ ਦਰਬਾਨ ਖੜੋਤਾ ਹੈ। ਇਸ ਦਰਵਾਜ਼ੇ ਵਿੱਚੋਂ ਅੰਦਰ ਲੰਘਣ ਦੀ ਕਿਸੇ ਨੂੰ ਮਨਾਹੀ ਨਹੀਂ ਹੈ। ਜਿਵੇਂ ਕਬੀਰ ਸਾਹਿਬ ਜੀ ਬੜਾ ਹੀ ਇਹ ਸ਼ਬਦ ਨਿਝੱਕ ਹੋ ਕੇ ਕਹਿ ਰਹੇ ਹਨ, ਕਬੀਰ ਜੇ ਦਰ ਆਵਤ ਜਾਤਿਓ, ਹਟ ਕੇ ਨਾਹੀ ਕੋਏ, ਸੋ ਦਰ ਕੈਸੇ ਛੋੜੀਐ, ਜੋ ਦਰ ਐਸਾ ਹੋਏ। ਪਰੰਤੂ ਦਰਬਾਨ ਭਾਈ ਪ੍ਰੇਮੇ ਨੂੰ ਅੰਦਰ ਜਾਣੋਂ ਰੋਕ ਦਿੰਦਾ ਹੈ, ਪਰ ਇਹ ਦਰਵਾਜ਼ੇ ਵਿੱਚ ਬੈਠਾ ਸਾਧ ਸੰਗਤ ਦੇ ਦੀਦਾਰ ਕਰਦਾ ਰਹਿੰਦਾ ਹੈ ਤੇ ਸਦਾ ਹੀ ਗੁਰੂ ਜੀ ਨੂੰ ਯਾਦ ਕਰਦਾ ਹੈ ਤੇ ਰਾਤ ਦਰਵਾਜ਼ੇ ਦੇ ਨੇੜੇ ਹੀ ਗੁਜ਼ਾਰ ਕੇ ਦਿਨ ਚੜੇ ਇੱਥੇ ਹੀ ਕੋਈ ਪ੍ਰੇਮੀ ਪ੍ਰਸ਼ਾਦਾ ਦੇ ਜਾਂਦਾ ਤਾਂ ਛਕ ਲੈਂਦਾ ਹੈ। ਫਿਰ ਇਸੀ ਜਗ੍ਹਾ ਆ ਬੈਠਦਾ ਹੈ ਤੇ ਬੇਨਤੀਆਂ ਕਰਦਾ ਹੈ, ਗੁਰੂ ਜੀ ਦੀਦਾਰ ਦੇਵੋ। ਤੇ ਬਿਲਾਵਲ ਕਬੀਰ ਜੀ ਦੀ ਬਾਣੀ ਇਸ ਤਰ੍ਹਾਂ ਸ਼ਬਦ ਪੜ੍ਹਦਾ ਹੈ, ਦਰਮਾਦੇ ਠਾਡੇ ਦਰਬਾਰ, ਦਰਮਾਦੇ ਠਾਡੇ ਦਰਬਾਰ, ਤੁਝ ਬਿਨ ਸੁਰਤ ਕਰੈ ਕੋ ਮੇਰੀ, ਤੁਝ ਬਿਨ ਸੁਰਤ ਕਰੈ ਕੋ ਮੇਰੀ। ਦਰਸ਼ਨ ਦੀਜੈ ਖੋਲ ਕੇ ਵਾਰ, ਦਰਸ਼ਨ ਦੀਜੈ ਖੋਲ ਕੇ ਵਾਰ। ਪਰੰਤੂ ਜਾਣੀ ਜਾਣ ਗੁਰੂ ਜੀ ਇਸ ਦਰਵਾਜ਼ੇ ਵੱਲ ਕਦੀ ਨਹੀਂ ਆਉਂਦੇ। ਦੂਸਰੇ ਦਰਵਾਜ਼ੇ ਥਾਣੀ ਬਾਹਰ ਨਿਕਲ ਜਾਂਦੇ ਸਨ। ਅੱਜ ਅੰਮ੍ਰਿਤ ਵੇਲਾ ਹੈ, ਗੁਰੂ ਕਾ ਦੀਵਾਨ ਸਜ ਰਿਹਾ ਹੈ, ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ ਹੈ। ਸੰਗਤ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਕੇ ਕੀਰਤਨ ਸੁਣ ਕੇ ਗਦਗਦ ਹੋ ਰਹੀ ਹੈ ਤੇ ਮਨੋਕਾਮਨਾ ਪੂਰਨ ਕਰ ਰਹੀ ਹੈ। ਜੈਸੇ ਸਵਈਆਂ ਵਿੱਚ ਪਾਠ ਆਉਂਦਾ ਹੈ, ਗੁਰ ਅਮਰਦਾਸ ਪਰਸੀਐ, ਪੋਹਮ ਪਾਤਕ ਬਿਨਾਸੈ, ਗੁਰ ਅਮਰਦਾਸ ਪਰਸੀਐ, ਸਿੱਧ ਸਾਧਕ ਆਸਾਸੈ, ਗੁਰ ਅਮਰਦਾਸ ਪਰਸੀਐ, ਧਿਆਨ ਲਈਐ ਪਉ ਮੁਕੈ, ਗੁਰ ਅਮਰਦਾਸ ਪਰਸੀਐ, ਅਭਉ ਲੱਭੈ ਗੋ ਚੁਕੈ। ਇਕ ਬਿਨ ਦੁਗਣ ਜੋ ਤਉ ਰਹੈ, ਜਾ ਸੁਮੰਤਰ ਮਨ ਵਹਿ ਲਹੈ, ਜਾਲਪਾ ਪਦਾਰਥ ਇਤੜੇ, ਗੁਰ ਅਮਰਦਾਸ ਡਿਠੈ ਮਿਲਹਿ। ਭਾਈ ਪ੍ਰੇਮਾ ਦਰਸ਼ਨ ਕਰਨ ਲਈ ਬੜਾ ਉਤਾਵਲਾ ਹੋ ਰਿਹਾ ਹੈ ਤੇ ਇਸ ਭਾਵ ਦੀ ਬੇਨਤੀ ਮਨ ਵਿੱਚ ਕਰ ਰਿਹਾ ਹੈ, ਇੱਕ ਘੜੀ ਦਿਨ ਸਮੋਕੋ ਬਹੁਤ ਦਿਹਾਰੇ, ਮਨ ਨਾ ਰਹਿ ਕੈਸੇ ਮਿਲੋ ਪਿਆਰੇ। ਇੱਕ ਪਲ ਦਿਨ ਸਮੋਕੋ ਕਬ ਹੋ ਨ ਬਿਹਾਵੈ, ਦਰਸ਼ਨ ਕੀ ਮਨ ਆਸ ਕਨੇਰੀ,
कोई ऐसा संत मोह को पिरह मिलावै रहाऊ। चार पहर चਹੁ जुगह समाने, ਰੈਣ ਭਈ ਤਬ ਅੰਤ ਨ ਜਾਣੇ। ਇਹ ਬੇਨਤੀ ਗੁਰੂ ਜੀ ਦੇ ਚਰਨਾਂ ਵਿੱਚ ਪੁੱਜੀ। ਜਿਵੇਂ ਮਲ੍ਹਾਰ ਕੀ ਵਾਰ ਸ਼ਲੋਕ ਮਹੱਲਾ ਤੀਜਾ ਗੁਰੂ ਅਮਰਦਾਸ ਜੀ ਫਰਮਾਉਂਦੇ ਹਨ, ਬਾਬੀਹਾ ਅੰਮ੍ਰਿਤ ਵੇਲੇ ਬੋਲਿਆ, ਤਾਂ ਦਰ ਸੁਣੀ ਪੁਕਾਰ। ਤੇ ਗੁਰੂ ਜੀ ਘਟ ਘਟ ਦੇ ਜਾਣਨਹਾਰ ਨੇ ਇੱਕ ਦੋ ਸਿੱਖਾਂ ਨੂੰ ਹੁਕਮ ਦਿੱਤਾ ਕਿ ਜਾਓ ਭਾਈ, ਬਾਹਰੋਂ ਦਰਵਾਜ਼ੇ ਅੱਗਿਓਂ ਉਸ ਕੋਹੜੀ ਪੁਰਸ਼ ਨੂੰ ਚੁੱਕ ਲਿਆਓ ਤੇ ਸਾਡੇ ਇਸ਼ਨਾਨ ਵਾਲੇ ਜਲ ਨਾਲ, ਜਿੱਥੇ ਕਿ ਚੁਬੱਚੇ ਵਿੱਚ ਗੁਰੂ ਜੀ ਦੇ ਇਸ਼ਨਾਨ ਕਰਨ ਸਮੇਂ ਜਲ ਰਿੜ ਕੇ ਜਮਾ ਹੁੰਦਾ ਸੀ, ਉਸ ਨੂੰ ਇਸ਼ਨਾਨ ਕਰਾ ਕੇ ਸੂਹਾ ਕੱਪੜਾ ਉੱਤੇ ਦੇ ਕੇ ਸਾਡੇ ਸਾਹਮਣੇ ਲੈ ਆਓ। ਤਾਂ ਸਿੱਖ ਇਸੇ ਤਰ੍ਹਾਂ ਕਰਕੇ ਗੁਰੂ ਜੀ ਦੇ ਹਜ਼ੂਰ ਲੈ ਆਏ। ਗੁਰੂ ਜੀ ਨੇ ਮਿਹਰ ਦੀ ਨਿਗਾਹ ਨਾਲ, ਜਿਸ ਨਿਗਾਹ ਨਾਲ ਰੇਠੇ ਮਿੱਠੇ ਹੋ ਗਏ ਤੇ ਪਿੱਪਲ ਦੇ ਪੱਤਰਾਂ ਤੇ ਕੇਸਰ ਛਿੜਕਿਆ ਗਿਆ ਤੇ ਕੌਡੇ ਰਾਖਸ਼ ਦੇ ਸੱਜਣ ਠੱਗ ਵਰਗੇ ਅਨੇਕਾਂ ਪਾਪੀ ਤਰ ਗਏ ਤੇ ਸੁੱਕੇ ਕਰੀਰ ਦਾ ਕਿੱਲਾ ਹਰਿਆ ਭਰਿਆ ਹੋ ਕੇ ਕਰੀਰ ਰੂਪ ਧਾਰੀ ਹੁਣ ਤੱਕ ਖਡੂਰ ਸਾਹਿਬ ਦੇ ਦਰਬਾਰ ਸਾਹਿਬ ਪਾਸ ਖੜਾ ਹੈ। ਵੇਖਿਆ ਫਿਰ ਕੀ ਸੀ, ਨਾਨਕ ਨਦਰੀ ਨਦਰ ਨਿਹਾਲ। ਭਾਈ ਪ੍ਰੇਮਾ ਨਿਹਾਲ ਹੋ ਗਿਆ, ਸਰੀਰ ਕੰਚਨ ਵਰਗਾ ਪਵਿੱਤਰ ਅਤੇ ਸ਼ੁੱਧ ਹੋ ਗਿਆ। ਵਾਹ ਵਾਹ ਮੇਰੇ ਸਤਿਗੁਰ, ਤੇਰੀ ਕਿਰਪਾ ਦਾ ਕੋਈ ਅੰਤ ਨਹੀਂ ਹੈ, ਤੂੰ ਬੜਾ ਦਿਆਲੂ ਹੈ। ਹੁਣ ਸਤਿਗੁਰਾਂ ਨੇ ਕੇਸਰੀ ਪੁਸ਼ਾਕਾ ਮੰਗਾਇਆ ਤੇ ਭਾਈ ਪ੍ਰੇਮੇ ਨੂੰ ਪਹਿਨਾ ਦਿੱਤਾ ਤੇ ਦੂਲੋ ਬਣਾ ਕੇ ਹੀ ਸਾਹਮਣੇ ਬਿਠਾ ਲਿਆ। ਸੰਗਤ ਵੱਲ ਇਸ਼ਾਰਾ ਕਰਕੇ ਸਤਿਗੁਰੂ ਬੋਲੇ, ਭਾਈ ਸਿੱਖੋ, ਕੋਈ ਸਿੱਖ ਇਸ ਨੂੰ ਆਪਣੀ ਲੜਕੀ ਦਾ ਸਾਕ ਦੇਵੇ। ਇਤਨਾ ਹੁਕਮ ਸੁਣ ਕੇ ਸਿੱਖ ਅਜੇ ਵਿਚਾਰਾਂ ਹੀ ਕਰਦੇ ਸਨ ਕਿ ਗੁਰਚਰਨਾਂ ਦੇ ਪਿਆਰੇ ਸਿੱਖ ਭਾਈ ਸ਼ੀਹੇ, ਜੋ ਕਿ ਉੱਪਲ ਜਾਤ ਦਾ ਖੱਤਰੀ ਸੀ, ਉਸਨੇ ਬੇਨਤੀ ਕੀਤੀ ਕਿ ਮਹਾਰਾਜ, ਮੈਨੂੰ ਹੁਕਮ ਹੋਵੇ ਤਾਂ ਮੈਂ ਆਪਣੀ ਬੀਬੀ ਜੋ ਕਿ ਵਿਆਹੁਣ ਯੋਗ ਹੈ ਉਸ ਨੂੰ ਲੈ ਆਵਾਂ। ਗੁਰੂ ਜੀ ਨੇ ਕਿਹਾ ਕਿ ਭਾਈ ਸਿੱਖਾ, ਤੇਰੀ ਇਸਤਰੀ ਸੁਭਾਅ ਦੀ ਕਰੜੀ ਹੈ, ਸ਼ਾਇਦ ਇਸ ਗੱਲ ਨੂੰ ਨਾ ਮੰਨੇ। ਭਾਈ ਸ਼ੀਹੇ ਨੇ ਫਿਰ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਹੁਕਮ ਦੇਵੋ। ਗੁਰੂ ਜੀ ਨੇ ਕਿਹਾ, ਭਾਈ ਤੇਰੀ ਮਰਜ਼ੀ। ਤਾਂ ਭਾਈ ਸ਼ੀਹਾ ਘਰ ਗਿਆ ਤੇ ਆਪਣੀ ਇਸਤਰੀ ਨੂੰ ਗੁਰੂ ਕੇ ਲੰਗਰ ਦੀ ਸੇਵਾ ਕਰ ਲਈ ਘੱਲ ਦਿੱਤਾ ਤੇ ਆਪ ਲੜਕੀ ਨੂੰ ਗੁਰੂ ਜੀ ਦੇ ਹਜ਼ੂਰ ਦੀਵਾਨ ਵਿੱਚ ਲੈ ਆਇਆ। ਭਾਈ ਸ਼ੀਹੇ ਨੇ ਲੜਕੇ ਦੀ ਜਾਤ ਨਹੀਂ ਪੁੱਛੀ, ਕੋਈ ਜਾਇਦਾਦ ਨਹੀਂ ਪੁੱਛੀ, ਕੇਵਲ ਗੁਰੂ ਜੀ ਦਾ ਹੁਕਮ ਪਾਲਣ ਦੀ ਮਨ ਵਿੱਚ ਇੱਛਿਆ ਹੈ। ਗੁਰੂ ਜੀ ਨੇ ਭਾਈ ਪ੍ਰੇਮੇ ਤੇ ਬੀਬੀ ਨੂੰ ਸਾਹਮਣੇ ਬਿਠਾ ਕੇ ਇਹਨਾਂ ਦਾ ਆਨੰਦ ਕਾਰਜ ਕਰ ਦਿੱਤਾ। ਇਤਨੇ ਚਿਰ ਵਿੱਚ ਇਸ ਆਨੰਦ ਦਾ ਪਤਾ ਭਾਈ ਸ਼ੀਹੇ ਦੀ ਸੁਪਤਨੀ ਨੂੰ ਲੱਗਾ ਕਿ ਤੇਰੀ ਧੀ ਦਾ ਵਿਆਹ ਗੁਰੂ ਜੀ ਨੇ ਉਸ ਪੁਰਸ਼ ਦੇ ਨਾਲ ਕਰ ਦਿੱਤਾ ਹੈ ਜਿਹੜਾ ਕਿ ਕੋੜਾ ਸੀ। ਉਹ ਸੁਣ ਕੇ ਭੱਜੀ ਆਈ ਤੇ ਗੁਰੂ ਜੀ ਦੇ ਅੱਗੇ ਨਮਸਕਾਰ ਕਰਕੇ ਕਿਹਾ ਕਿ ਮਹਾਰਾਜ, ਆਪ ਜੀ ਨੇ ਇਹ ਕੀ ਕੀਤਾ? ਨਾ ਇਸ ਸਿੱਖ ਦਾ ਘਰ ਘਾਟ, ਨਾ ਕੋਈ ਜਾਇਦਾਦ, ਮੇਰੀ ਧੀ ਤੁਸਾਂ ਰੋੜ ਦਿੱਤੀ ਹੈ। ਗੁਰੂ ਜੀ ਬੋਲੇ, ਤੇਰੀ ਧੀ ਤਰ ਗਈ ਹੈ, ਇਹਨਾਂ ਦੀ ਜਾਇਦਾਦ ਵੀ ਗੁਰੂ ਦੀ ਕਿਰਪਾ ਨਾਲ ਬਹੁਤ ਹੋਵੇਗੀ। ਇਹ ਸੁਭਾਗ ਜੋੜਾ ਦੰਪਤੀ ਕਈ ਜੀਵਾਂ ਦਾ ਸੁਧਾਰ ਕਰੇਗਾ। ਇਤਿਆਦਿਕ ਵਰ ਦੇ ਇਸ ਸੁਭਾਗ ਜੋੜੇ ਦਾ ਨਾਮ ਗੁਰੂ ਜੀ ਨੇ ਮੱਥੋ ਮੁਰਾਰੀ ਰੱਖਿਆ। ਦੋਵੇਂ ਇਕੱਠੇ ਨਾਮ ਤੇ ਹੁਕਮ ਦਿੱਤਾ ਕਿ ਆਪਣੇ ਇਲਾਕੇ ਵਿੱਚ ਜਾ ਕੇ ਸਤਿਨਾਮ ਦਾ ਪ੍ਰਚਾਰ ਕਰੋ। ਸੋ ਇਹ ਜੋੜਾ ਗੁਰੂ ਜੀ ਤੋਂ ਉਪਦੇਸ਼ ਲੈ ਕੇ ਆਪਣੇ ਇਲਾਕੇ ਜ਼ਿਲ੍ਹਾ ਸ਼ਾਹਪੁਰ ਵਿੱਚ ਆ ਗਿਆ ਤੇ ਆ ਕੇ ਗੁਰਸਿੱਖੀ ਦਾ ਪ੍ਰਚਾਰ ਕੀਤਾ। ਕਈ ਲੋਕਾਂ ਨੂੰ ਗੁਰੂ ਜੀ ਦਾ ਸਿੱਖ ਬਣਾਇਆ। ਇਹਨਾਂ ਦੇ ਨਗਰ ਦਾ ਨਾਮ ਚੱਕ ਰਾਮਦਾਸ ਹੈ।
ਤੇ ਇਹਨਾਂ ਦੀ ਸੰਤਾਨ ਪਾਸ ਚੰਗੀ ਜਗੀਰ ਹੈ। ਇਹ ਸਭ ਕਰਣਾ ਗੁਰੂ ਅਮਰਦਾਸ ਜੀ ਦੀ ਹੈ, ਜਿਨ੍ਹਾਂ ਨੇ ਕਿ ਇੱਕ ਕੋਹੜੀ ਪੁਰਸ਼ ਤੇ ਕਿਰਪਾ ਕਰਕੇ ਇਸ ਉੱਚ ਪਦਵੀ ਦੇ ਲਾਇਕ ਕੀਤਾ। ਗੁਰੂ ਜੀ ਨੇ ਬੇਅੰਤ ਜੀਵਾਂ ਤੇ ਕਿਰਪਾ ਕੀਤੀ ਹੈ, ਜਿਹੜੀ ਕਿ ਗਿਣਤੀ ਵਿੱਚ ਨਹੀਂ ਆ ਸਕਦੀ। ਪਰੰਤੂ ਗੁਰੂ ਪੰਥ ਵੀ ਮੁੱਢ ਤੋਂ ਹੀ ਜੀਵਾਂ ਪਰ ਦਇਆ ਕਰਦਾ ਆਇਆ ਹੈ। ਸਾਰਾ ਇਤਿਹਾਸ ਹੀ ਇਸ ਗੱਲ ਦਾ ਪਤਾ ਦੱਸਦਾ ਹੈ। ਦੇਖੋ, ਇੱਕ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਹਜੂਰ ਖਾਲਸੇ ਜੀ ਦਾ ਦੀਵਾਨ ਲੱਗਾ ਹੋਇਆ ਸੀ ਤੇ ਕਸੂਰ ਸ਼ਹਿਰ ਦੇ ਰਹਿਣ ਵਾਲਾ ਬ੍ਰਾਹਮਣ ਆ ਕੇ ਬੇਨਤੀ ਕਰਦਾ ਹੈ ਕਿ ਖਾਲਸਾ ਜੀ, ਤੁਸੀਂ ਪਰਉਪਕਾਰੀ ਹੋ ਤੇ ਸਦਾ ਉਪਕਾਰ ਕਰਦੇ ਹੋ। ਮੇਰੀ ਲੜਕੀ ਕਸੂਰ ਦੇ ਹਾਕਮ ਨੇ ਬਦੋ ਬਦੀ ਖੋਹ ਲਈ ਹੈ। ਆਪ ਮੈਨੂੰ ਉਸ ਕੋਲੋਂ ਲੜਕੀ ਲੈ ਦੇਵੋ। ਉਹ ਬ੍ਰਾਹਮਣ ਅਜੇ ਬੇਨਤੀ ਕਰ ਹੀ ਰਿਹਾ ਸੀ ਕਿ ਲਾਂਗਰੀ ਨੇ ਆ ਕੇ ਬੇਨਤੀ ਕੀਤੀ ਕਿ ਖਾਲਸਾ ਜੀ, ਪ੍ਰਸ਼ਾਦ ਤਿਆਰ ਹੈ। ਖਾਲਸਾ ਜੀ ਨੇ ਗੁਰਮਤਾ ਕਰਕੇ ਕਿਹਾ ਕਿ ਅਸੀਂ ਪ੍ਰਸ਼ਾਦ ਹੁਣ ਕਸੂਰ ਤੋਂ ਆ ਕੇ ਹੀ ਛਕਾਂਗੇ। ਉਸ ਵੇਲੇ ਬਿਨਾਂ ਪ੍ਰਸ਼ਾਦ ਛਕੇ ਤੋਂ ਖਾਲਸਾ ਤਿਆਰ ਹੋ ਗਿਆ ਤੇ ਕਸੂਰ ਪੁੱਜ ਕੇ ਕਸੂਰ ਨੂੰ ਫਤਿਹ ਕਰਕੇ ਉਸ ਬ੍ਰਾਹਮਣ ਨੂੰ ਲੜਕੀ ਦਿਵਾਈ ਤੇ ਆਪ ਪਾਪੀ ਪੁਰਸ਼ਾਂ ਨੂੰ ਜੋਗ ਡੰਡ ਦੇ ਕੇ ਸ੍ਰੀ ਅੰਮ੍ਰਿਤਸਰ ਜੀ ਵਾਪਸ ਆਇਆ। ਇਹੋ ਜਿਹੇ ਬੇਅੰਤ ਉਪਕਾਰ ਖਾਲਸੇ ਨੇ ਦੁਨੀਆ ਤੇ ਕੀਤੇ, ਜੋ ਗਿਣਤੀ ਤੋਂ ਬਾਹਰ ਹਨ। ਸਾਰਾ ਇਤਿਹਾਸ ਪੜ੍ਹਿਆ ਹੋਇਆ ਪਤਾ ਲੱਗਦਾ ਹੈ। ਸੋ ਦਇਆ ਕਿਰਪਾ ਕਰਨੀ ਜੀਵ ਦਾ ਮੁੱਖ ਧਰਮ ਹੈ ਤੇ ਸਾਡੇ ਸਤਿਗੁਰਾਂ ਨੇ ਤੇ ਖਾਲਸਾ ਜੀ ਨੇ ਸਾਨੂੰ ਕਰੁਣਾ ਕਰਕੇ ਦਿਖਾ ਦਿੱਤੀ ਹੈ। ਇਸੇ ਵਾਸਤੇ ਸਤਿਗੁਰੂ ਜੀ ਕਹਿੰਦੇ ਹਨ ਕਿ ਹੇ ਜੀਵ, ਤੂੰ ਕਿਸੇ ਨੂੰ ਦੁੱਖ ਨਾ ਦੇ। ਜਿੱਥੋਂ ਤੱਕ ਹੋ ਸਕੇ ਜੀਵਾਂ ਤੇ ਕਿਰਪਾ ਕਰ ਤੇ ਨਿਭ ਕੇ ਚੱਲ। ਗੌੜੀ ਕੀ ਵਾਰ ਵਿੱਚ ਪੰਚਮ ਗੁਰਦੇਵ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਹਨ, ਹੋਏ ਸਗਲ ਕੀ ਰੇਣੁਕਾ ਹਰ ਸੰਗ ਸਮਾਵੋ, ਦੁਖ ਨ ਦੇਈ ਕਿਸੈ ਜੀ ਪੈ। ਦੁਖ ਨ ਦੇਈ ਕਿਸੈ ਜੀ ਪਤ ਸਿਓ ਘਰ ਜਾਵੋ। ਫਿਰ ਸਾਰੰਗ ਰਾਗ ਵਿੱਚ ਨਾਮਦੇਵ ਭਗਤ ਜੀ ਦਾ ਬਚਨ ਹੈ, ਹਿੰਸਾ ਤੋ ਮਨ ਤੇ ਨਹੀਂ ਛੂਟੀ, ਜੀ ਦਇਆ ਨਹੀਂ ਪਾਲੀ, ਪਰਮਾਨੰਦ ਸਾਧ ਸੰਗਤ ਮਿਲ ਕਥਾ ਪੁਨੀਤ ਨ ਚਾਲੀ। ਇਸ ਵਾਸਤੇ ਜੀਵ ਨੂੰ ਚਾਹੀਦਾ ਕਿ ਸਦਾ ਹੀ ਕਰੁਣਾ ਨੂੰ ਗ੍ਰਹਿਣ ਕਰੇ ਤੇ ਅਨਾਥਾਂ ਦੀ ਮਿਹਰ ਰੱਖੇ। ਇਸ ਕਰੁਣਾ ਨੂੰ ਸ਼ਾਂਤੀ ਕਹਿੰਦੇ ਹਨ। ਇੱਥੇ ਭਗਤ ਜੀ ਹਰ ਵਾਰ ਦੀ ਤਰ੍ਹਾਂ ਆਪਣਾ ਇੱਕ ਛੰਦ ਜਾਂ ਬੈਂਤ ਕੁਝ ਵੀ ਲਿਖਦੇ ਹਨ। ਇੱਥੇ ਉਹ ਬੈਂਤ ਲਿਖ ਰਹੇ ਹਨ। ਆਓ ਇਸ ਬੈਂਤ ਦੀਆਂ ਕੁਝ ਲਾਈਨਾਂ ਅਸੀਂ ਸਰਵਣ ਕਰਕੇ ਸਮਾਪਤੀ ਕਰੀਏ। ਉਹ ਲਿਖਦੇ ਹਨ, ਦਇਆ ਕਰਨ ਦਾ ਸੋਹਣਾ ਉਪਦੇਸ਼ ਸੱਚਾ, ਦਇਆ ਕਰਨ ਦਾ ਸੋਹਣਾ ਉਪਦੇਸ਼ ਸੱਚਾ, ਸਾਨੂੰ ਦੱਸਿਆ ਗੁਰੂ ਜੀ ਆਪ ਭਾਈ। ਕਰੁਣਾ ਧਰਮ ਦਾ ਮੂਲ ਹੈ ਜਗ ਉੱਤੇ, ਧਰਮ ਆਸਰੇ ਧਰਤੀ ਆਕਾਸ਼ ਭਾਈ। ਕਰੁਣਾ ਜਿਨ੍ਹਾਂ ਦੇ ਚਿੱਤ ਵਿੱਚ ਵਸਦੀ ਹੈ, ਕਰੁਣਾ ਉਹਨਾਂ ਤੇ ਕਰੇ ਰੱਬ ਆਪ ਭਾਈ। ਭਗਤ ਚਿੱਤ ਦੇ ਵਿੱਚ ਵਸਾ ਲਈਏ, ਬਿਨਾਂ ਕਰੁਣਾ ਤੋਂ ਮਿਲੇ ਸੰਤਾਪ ਭਾਈ। ਭਗਤ ਚਿੱਤ ਦੇ ਵਿੱਚ ਵਸਾ ਲਈਏ, ਬਿਨਾਂ ਕਰੁਣਾ ਤੋਂ ਮਿਲੇ ਸੰਤਾਪ ਭਾਈ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।